ਸਾਹਿਬ ਜੀਓ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਅਨ ਨਹਿ ਮੰਗੈ ਮੰਦਾ ਲੇਖਾ ਕੋਈ ਨ ਪੁੱਛਈ ਜਾ ਹਰ ਬਖਸ਼ੰਦਾ ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਐਨ ਜਾ ਤੁਧ ਭਾਵੰਦਾ ਸਭੇ ਕਾਜ ਸਵਾਰੀਐਨ ਜਾ ਤੁਧ ਭਾਵੰਦਾ ਗੁਰ ਪੂਰਾ ਜਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਸ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੌੜੀ ਨਦਰ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰ ਪਾਇਆ ਇਹ ਜੀਉ ਬਹੁਤੇ ਜਨਮ ਭਰਮਿਆ ਤਾ ਸਤਿਗੁਰ ਸ਼ਬਦ ਸੁਣਾਇਆ ਨਦਰ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰ ਪਾਇਆ ਇਹ ਜੀਉ ਬਹੁਤੇ ਜਨਮ ਭਰਮਿਆ ਤਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ ਸਤਿਗੁਰ ਮਿਲਿਆ ਸੱਚ ਪਾਇਆ
ਜਿਨ ਵਿੱਚ ਹੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ, ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਨਿਤ ਦੀ ਮਰਿਆਦਾ ਮੁਤਾਬਕ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਨੂੰ ਸਫਲਾ ਸਕਾਰਥਾ ਬਣਾਉਣਾ ਕਰ ਰਹੇ ਹੋ। ਗੁਰੂ ਮਹਾਰਾਜ ਜੀਆਂ ਦੀ ਕਿਰਪਾ ਹੋਈ, ਜੋ ਇਲਾਹੀ ਬਾਣੀ ਦੇ ਕੀਰਤਨ ਆਪ ਸਮੂਹ ਸੰਗਤਾਂ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਸਰਵਣ ਕਰਨਾ ਕੀਤੇ ਹਨ। ਤਾਂ ਹੁਣ ਸਮਾਂ ਹੈ ਗੁਰਸੰਗਤ ਜੀ ਜੋ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦੇ ਉਚਾਰਨ ਕੀਤੇ ਹੋਏ ਬਚਨ ਸ੍ਰੀ ਆਸਾ ਜੀ ਦੀ ਵਾਰ ਦੇ ਲੜੀਵਾਰ ਕਥਾ ਆਪ ਸਰਵਣ ਕਰਨਾ ਕਰ ਰਹੇ ਹੋ। ਚੱਲਦੇ ਪ੍ਰਸੰਗਾਂ ਦੇ ਪਿਛਲੇ ਦੀਵਾਨਾਂ ਵਿੱਚ ਆਪ ਸਮੂਹ ਸੰਗਤਾਂ ਨੇ ਸਰਵਣ ਕਰਨਾ ਕੀਤਾ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਕਿ ਉਹ ਪਰਮੇਸ਼ਰ ਨਿਰਭਉ ਹੈ। ਜੇ ਸੰਸਾਰ ਦੇ ਵਿੱਚ ਕੋਈ ਭਉ ਤੋਂ ਰਹਿਤ ਹੈ ਤਾਂ ਫਿਰ ਉਹ ਹੈ ਉਹ ਮਾਲਕ, ਉਹ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਦਾ ਕੋਈ ਆਕਾਰ ਨਹੀਂ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ। ਤਾਂ ਮਹਾਰਾਜ ਕਹਿੰਦੇ ਨੇ ਕਿ ਬਈ ਕਿੰਨੇ ਹੀ ਐਸੇ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਚਰਨਾਂ ਧੂੜੀ ਨੂੰ ਮੰਗਣਾ ਕਰਦੇ ਨੇ। ਤਾਂ ਆਪ ਮਹਾਰਾਜ ਕਹਿਣਾ ਕਰਦੇ, ਗੁਰੂ ਕਿਰਪਾ ਕਰੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਦਰਸ਼ਨ ਹੋਇਆ ਕਰਦੇ, ਨਹੀਂ ਤਾਂ ਨਹੀਂ ਹੁੰਦੇ। ਤਾਂ ਗੁਰਸੰਗਤ ਜੀ ਕੱਲ ਪਿਆਰਿਆਂ ਨਾਲ ਗੱਲ ਵੀ ਚੱਲ ਰਹੀ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਸੰਗਤ ਦੂਰੋਂ ਵੀ ਆ ਜਾਂਦੀ, ਦਿੱਲੀੋਂ ਵੀ ਆਇਆ ਕਰਦੀ ਹੈ, ਔਰ ਆਉਣ ਵਾਲੇ ਰੋਜ਼ ਵੀ ਆਉਂਦੇ ਨੇ। ਤੇ ਕੁਝ ਐਸੇ ਵੀ ਨੇ ਦੇਖੋ ਜਿਨ੍ਹਾਂ ਦੀ ਘਰ ਦੀ ਕੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਨਾਲ ਲੱਗਦੀ ਹੈ ਤੇ ਉਹ ਤਾਂ ਨਹੀਂ ਜਾਂਦੇ। ਤੇ ਕਿਉਂਕਿ ਜਦੋਂ ਤੱਕ ਗੁਰੂ ਦੀ ਨਜ਼ਰ ਨਹੀਂ ਹੁੰਦੀ, ਗੁਰੂ ਦੀ ਕਿਰਪਾ ਨਹੀਂ ਹੁੰਦੀ, ਇਨਸਾਨ ਨਹੀਂ ਜਾ ਸਕਦਾ। ਜਿਹਦੇ ਉੱਪਰ ਨਜ਼ਰ ਹੁੰਦੀ ਹੈ ਉਹ ਜਾਇਆ ਕਰਦਾ। ਮਹਾਰਾਜ ਆਖਣ ਲੱਗੇ, ਗੁਰੂ ਦੀ ਕਿਰਪਾ ਨਾਲ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਗੱਲਾਂ ਦੇ ਨਾਲ ਨਹੀਂ ਪ੍ਰਾਪਤ ਹੁੰਦਾ। ਤਾਂ ਆਪ ਗਿਆਨ ਪ੍ਰਾਪਤ ਕਰਨ ਵਾਸਤੇ ਮਸ਼ੱਕਤ ਘਾਲਣੀ ਪੈਂਦੀ ਹੈ, ਫਿਰ ਜਾ ਕੇ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਮਸ਼ੱਕਤ ਕਿੱਦਾਂ ਦੀ ਹੋਵੇ, ਜਦੋਂ ਲੋਹੇ ਨੂੰ ਚੱਬਣਾ ਹੋਵੇ।
ਤਾਂ ਮਹਾਰਾਜ ਕਹਿੰਦੇ ਉਧਰੋਂ ਇੱਕ ਤੇ ਇਨਸਾਨ ਦੀ, ਇੱਕ ਪਰਮੇਸ਼ਰ ਕਿਰਪਾ ਕਰੇ, ਪਰਮੇਸ਼ਰ ਦੀ ਕਿਰਪਾ ਨਾਲ ਇਨਸਾਨ ਉਦਮ ਕਰੇ, ਹਿੰਮਤ ਕਰੇ, ਤੇ ਉਧਰ ਉਹ ਮਾਲਕ ਆਪਣੀ ਕਿਰਪਾ ਦਾ ਬੂਰ ਪਾਵੇ ਤਾਂ ਫੇਰ ਜਾ ਕੇ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਤੁਸੀਂ ਉਦਮ ਕਰ ਰਹੇ ਹੋ, ਤੁਸੀਂ ਹਿੰਮਤ ਕਰ ਰਹੇ ਹੋ, ਪਰ ਜੇ ਮਾਲਕ ਦੀ ਮਿਹਰ ਨਹੀਂ ਹੈ, ਮਾਲਕ ਦੀ ਬਖਸ਼ਿਸ਼ ਨਹੀਂ ਹੈ, ਤਾਂ ਫੇਰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤੁਹਾਨੂੰ ਮਨ ਭਾਉਂਦਾ ਫਲ ਨਹੀਂ ਮਿਲੇਗਾ। ਗੁਰੂ ਦੀ ਖੁਸ਼ੀ ਲੈਣਾ ਕਰੀਏ, ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ, ਮਹਾਰਾਜ ਜਿਸ ਤਰ੍ਹਾਂ ਤੁਹਾਨੂੰ ਖੁਸ਼ੀ ਮਿਲਦੀ ਹੋਵੇ ਨਾ ਉਹ ਕਾਜ ਕਰਵਾ ਲਿਆ ਜੀ। ਤਾਂ ਮਹਾਰਾਜ ਕਹਿੰਦੇ ਜੇ ਗੁਰੂ ਦੀ ਆਪ ਕਿਰਪਾ ਹੋਵੇ ਤਾਂ ਗਿਆਨ ਦੀ ਦਾਤ ਕਾਜ ਦੇ ਵਿੱਚ ਸਫਲਤਾ ਪ੍ਰਾਪਤ ਹੋਇਆ ਕਰਦੀ ਹੈ, ਆਪਣੀਆਂ ਸਿਆਣਪਾਂ ਦੇ ਨਾਲ ਤੇ ਨਹੀਂ ਪ੍ਰਾਪਤ ਹੁੰਦੀ। ਹੋਰ ਆਪਣੇ ਹੁਕਮ ਨਾਲ, ਆਪਣੀ ਹਿਕਮਤ ਦੇ ਨਾਲ, ਸਿਆਣਪ ਦੇ ਨਾਲ ਜੀਵ ਖੁਆਰੀ ਹੋਇਆ ਕਰਦਾ। ਤਾਂ ਇਹ ਬਚਨ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕਰਨਾ ਕੀਤੇ ਸਨ। ਆਓ ਜੋ ਮੁਬਾਰਕ ਬਚਨ ਅੱਜ ਮਹਾਰਾਜ ਬਖਸ਼ ਰਹੇ ਨੇ, ਤਿਨਾਂ ਦੀ ਵਿਚਾਰ ਦੇ ਨਾਲ ਜੁੜਤਾ ਕਰੀਏ ਜੀ। ਬਖਸ਼ੋ ਅਸੀਸ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ। ਤਾਂ ਮਹਾਰਾਜ ਪੌੜੀ ਰੂਪ ਦੇ ਵਿੱਚ ਫਰਮਾਨ ਕਰਨਾ ਕਰਦੇ ਹੁਣ ਉਤਰ ਦਿੰਦਿਆਂ ਹੋਇਆਂ, ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਜੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਦਰ ਕਰ ਦੇਵੇ, ਆਪਣੀ ਬਖਸ਼ਿਸ਼ ਕਰ ਦੇਵੇ, ਤਾਂ ਆਪ ਗੁਰੂ ਦੀ ਨਦਰ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਪ੍ਰਾਪਤੀ ਹੋਇਆ ਕਰਦੀ। ਸੱਚਾ ਗੁਰੂ ਉਹ ਗੁਰੂ ਜਿਹੜਾ ਆਪਣਾ ਗਿਆਨ ਦਾ ਚਾਨਣ ਦੇ ਕਰਕੇ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣਾ ਕਰਦਾ, ਐਸੇ ਗੁਰੂ ਦੀ ਪ੍ਰਾਪਤੀ ਹੋਇਆ ਕਰਦੀ। ਜਦੋਂ ਗੁਰੂ ਮਹਾਰਾਜ ਕਿਰਪਾ ਕਰਨ, ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਕਿਰਪਾ ਵਰਤੇ, ਤਾਂ ਸਤਿਗੁਰੂ ਦੀ ਦਾਤ, ਕਲਗੀਧਰ ਪਾਤਸ਼ਾਹ ਜੀ ਰੂਪੀ ਸਤਿਗੁਰਾਂ ਜੀ ਦੀ ਦਾਤ, ਦਰਸ਼ਨਾਂ ਦੀ ਦਾਤ ਪ੍ਰਾਪਤ ਹੋਇਆ ਕਰਦੀ। ਆ ਸਤ ਸੰਗਤ ਦੀਆਂ ਜਿਹੜੀਆਂ ਘੜੀਆਂ ਨੇ, ਇਹ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੋਇਆ ਕਰਦੀਆਂ ਨੇ। ਹਰ ਇੱਕ ਨੂੰ ਪ੍ਰਾਪਤ ਨਹੀਂ ਹੋਇਆ ਕਰਦੀਆਂ। ਇਹ ਜੀਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਤਾਂ ਮਹਾਰਾਜ ਕਹਿਣਾ ਕਰਦੇ, ਜਿਹਨੂੰ ਸਤਿਗੁਰੂ ਦੀ ਦਾਤ ਪ੍ਰਾਪਤ ਹੋ ਗਈ, ਜਿਨ੍ਹਾਂ ਨੇ ਖੰਡੇ ਦੀ ਪੌਲ ਛਕ ਲਈ, ਜਿਨ੍ਹਾਂ ਨੇ ਅੰਮ੍ਰਿਤ ਵੇਲਾ ਨਿਤਨੇਮ ਸੰਭਾਲਣਾ ਕੀਤੇ ਨੇ, ਗੁਰਸੰਗਤ ਜੀ ਜਿਹੜੀ ਕੱਲ ਗੱਲ ਚੱਲ ਰਹੀ ਸੀ ਗਿਆਨ ਦੀ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਵੀ ਹੋ ਜਾਇਆ ਕਰਦੀ ਹੈ। ਗੁਰੂ ਉਹਨਾਂ ਦੇ ਉੱਪਰ ਦਇਆਲ ਹੋ ਜਾਇਆ ਕਰਦੇ ਨੇ, ਤੇ ਜਦੋਂ ਗੁਰੂ ਦਇਆਲ ਹੋ ਜਾਏ ਫਿਰ ਗਿਆਨ ਪ੍ਰਾਪਤੀ ਹੋ ਜਾਇਆ ਕਰਦੀ। ਇਹ ਜੀਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਤਾਂ ਮਹਾਰਾਜ ਕਹਿਣਾ ਕਰਦੇ ਨੇ ਨਾ, ਗੁਰੂ ਦੇ ਹੁਕਮ ਤੋਂ ਬਿਨਾ, ਗੁਰੂ ਦੇ ਸਤ ਸੰਗਤ ਤੋਂ ਬਿਨਾ ਇਹ ਜੀਵ ਜਿਹੜਾ ਹੈ ਬਹੁਤੇ ਜਨਮ ਦੇ ਵਿੱਚ ਭਟਕਦਾ ਫਿਰਦਾ ਹੈ। ਕਿੱਦਾਂ? ਗੁਰੂ ਤੋਂ ਬੇਮੁਖ ਹੁੰਦਾ
ਤੇ ਗੁਰ ਸੰਗਤ ਜੀ ਫਿਰ ਜਨਮ ਮਰਨ ਦਾ ਗੇੜ ਨੂੰ ਪੈ ਹੀ ਜਾਂਦਾ ਹੈ। ਸਤਿਗੁਰ ਤੇ ਜੋ ਬੇਮੁਖ ਹੋਵੇ, ਵਿਣ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨ ਪਾਏ। ਤਾਂ ਗੁਰੂ ਤੋਂ ਬਿਨਾ ਇਹ ਜੋ ਜੀਵ ਹੋਇਆ ਕਰਦਾ ਹੈ, ਇਹ ਮੁਕਤ ਨਹੀਂ ਪ੍ਰਾਪਤ ਕਰ ਸਕਦਾ। ਬਹੁਤੇ ਜਨਮ ਦੇ ਵਿੱਚ ਭਰਮ ਦਾ ਫਿਰਦਾ ਹੈ, ਭਟਕਦਾ ਫਿਰਦਾ ਹੈ। ਗੁਰੂ ਦੀ ਦਇਆ ਹੋਵੇ ਤੇ ਜੀਵ ਨੂੰ ਜਦੋਂ ਸੋਝੀ ਆਵੇ ਤਾਂ ਪਿਆਰੇ ਭਗਤ ਰਵਿਦਾਸ ਜੀਆਂ ਵਾਲੀ ਅਵਸਥਾ ਬਣ ਜਾਵੇ ਤਾਂ ਫੇਰ ਜਾ ਕੇ ਕਿਧਰੇ ਗਤੀ ਹੋਇਆ ਕਰਦੀ। ਆਖ ਦੇਣਾ ਕਰਦੇ ਨੇ ਨਾ ਆਪ, ਬਹੁਤੇ ਫੇਰ ਭਏ ਕਿਰਪਨ ਕੋ। ਅਬ ਕਿਛ ਕਿਰਪਾ ਕੀਜੈ। ਅਗਾਂਹ ਕਹਿਣਾ ਕਰਦੇ ਨੇ ਕਿ ਬਚਨ ਆਇਆ ਕਰਦੇ ਗੁਰ ਸੰਗਤ ਜੀ ਉਹਨਾਂ ਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਤਾਂ ਮਹਾਰਾਜ ਅਨੇਕਾਂ ਹੀ ਜਨਮਾਂ ਦੇ ਵਿੱਚ ਅਸੀਂ ਭਰਮ ਕੇ ਆਉਣਾ ਕੀਤੇ ਆ। ਹੁਣ ਆਪ ਇਹ ਜਨਮ ਜਿਹੜਾ ਹੈ ਇਹ ਤੁਹਾਡੇ ਲੇਖੇ ਲਗਾਉਣਾ ਕਰ ਰਹੇ ਆ, ਚਾਹੁੰਦੇ ਹਾਂ। ਕਿਰਪਾ ਕਰੋ, ਸਾਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ ਕੇ ਮੁਕਤੀ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਮਹਾਰਾਜ ਕਹਿੰਦੇ ਕਿਹੜੇ ਕਿਹੜੇ ਜਨਮ ਦੇ ਵਿੱਚ ਇਹ ਜੀਵ ਆਉਣਾ ਕਰਦਾ ਹੈ। ਇੱਕ ਨਹੀਂ, ਅਨੇਕਾਂ ਹੀ ਜਨਮਾਂ ਦੇ ਵਿੱਚ, ਇੱਕ ਜਨਮ ਦੇ ਵਿੱਚ ਇੱਕ ਵਾਰੀ ਨਹੀਂ, ਬਹੁਤ ਵਾਰੀ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਤਾਂ ਮਹਾਰਾਜ ਕਹਿਣਾ ਕਰਦੇ ਨੇ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ। ਕਈ ਜਨਮ ਐਸੇ ਹੋ ਗਏ ਜਿਹੜੇ ਤੂੰ ਕੀੜੇ ਪਤੰਗੇ ਬਣ ਕਰਕੇ ਆਪ ਤੂੰ ਵਰਤਣਾ ਕੀਤਾ ਹੈ। ਕਦੀ ਕਿਸੇ ਨੂੰ ਖਾਧਾ, ਕਦੀ ਕਿਸੇ ਨੇ ਤੈਨੂੰ ਖਾਧਾ। ਤਾਂ ਇਸੇ ਪ੍ਰਕਾਰ ਦੇ ਨਾਲ ਤੂੰ ਕਦੀ ਕੀੜਾ ਪਤੰਗਾ ਬਣਦਾ ਰਿਹਾ, ਕਦੀ ਹਾਥੀ ਬਣਦਾ ਰਿਹਾ, ਕਦੀ ਮਛਲੀ ਬਣਦਾ ਰਿਹਾ, ਤੇ ਕਦੀ ਕੋਈ ਜਨਮ, ਕਦੀ ਕੋਈ ਜਨਮ। ਮਹਾਰਾਜ ਕਹਿੰਦੇ ਹੁਣ ਤੈਨੂੰ ਇਹ ਮਨੁੱਖਾ ਜਨਮ ਮਿਲਣਾ ਕੀਤਾ ਹੈ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਤਾਂ ਤੈਨੂੰ ਹੁਣ ਇਹ ਮਨੁੱਖਾ ਜਨਮ ਮਿਲਣਾ ਕੀਤਾ ਹੈ। ਇਹ ਪਰਮੇਸ਼ਰ ਦੇ ਨਾਲ ਮਿਲਣ ਦਾ ਵੇਲਾ ਹੈ। ਤਾਂ ਜਦੋਂ ਐਸੇ ਸੱਚ ਦੀ ਗਿਆਤ ਕਦੋਂ ਹੋਣਾ ਕਰਦੀ ਹੈ? ਜਦੋਂ ਮਹਾਰਾਜ ਕਹਿੰਦੇ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਜਦੋਂ ਗੁਰੂ ਦਾ ਸਿੱਖ ਗੁਰੂ ਅੱਗੇ ਕਿਗਿਆ ਕਰਕੇ, ਗੁਰੂ ਅੱਗੇ ਸਮਰਪਿਤ ਹੋ ਕਰਕੇ ਆਪਣਾ ਆਪ ਭੇਟਾ ਕਰ ਦਿੰਦਾ ਤੇ ਫਿਰ ਗੁਰੂ ਦਇਆਲ ਹੋ ਜਾਂਦੇ ਨੇ। ਗੁਰੂ ਮਹਾਰਾਜ ਦਇਆਲ ਹੋ ਜਾਇਆ ਕਰਦੇ ਜਦੋਂ ਗੁਰੂ ਮਹਾਰਾਜ ਇਹ ਜਾਣ ਲੈਣਾ ਕਰਨ ਨਾ ਕਿ ਹਾਂ ਮੇਰਾ ਜਿਹੜਾ ਬੱਚਾ ਹੈ ਉਪਦੇਸ਼ ਲੈਣ ਦੇ, ਉਪਦੇਸ਼ ਸੰਭਾਲਣ ਦੇ ਅਧਿਕਾਰੀ ਹੈ। ਤਾਂ ਉਦੋਂ ਗੁਰ ਸੰਗਤ ਜੀ ਆਪਣੇ ਸ਼ਬਦ ਦੀ ਦਾਤ ਦੇਣਾ ਕਰਦੇ ਨੇ। ਜਦੋਂ ਸ਼ਬਦ ਦੀ ਦਾਤ
ਦੇਣਾ ਕਰਨ ਤੇ ਆਪ ਗੁਰ ਸੰਗਤ ਜੀ ਜੀਵ ਦਾ ਫਿਰ ਪਾਰ ਉਤਾਰਾ ਹੋ ਜਾਂਦਾ। ਜਦੋਂ ਜੀਵ ਸ਼ਬਦ ਦੇ ਉੱਤੇ ਚੱਲਦਾ ਹੈ, ਸ਼ਬਦ ਨੂੰ ਮੰਨਣਾ ਕਰਦਾ, ਸ਼ਬਦ ਨੂੰ ਕਮਾਉਣਾ ਕਰਦਾ ਹੈ, ਤਾਂ ਫਿਰ ਜੀਵ ਦਾ ਪਾਰ ਉਤਾਰਾ ਹੋ ਜਾਂਦਾ। ਫਿਰ ਉਹ 84 ਲੱਖ ਜੂਨਾਂ ਦੇ ਵਿੱਚ ਭਟਕਣਾ ਨਹੀਂ ਕਰਦਾ। 84 ਲੱਖ ਜੂਨਾਂ ਦੇ ਵਿੱਚ ਫਿਰਨਾ ਨਹੀਂ ਕਰਦਾ, ਕਿਉਂਕਿ ਗੁਰੂ ਮਹਾਰਾਜ ਉਹਨੂੰ ਸ਼ਬਦ ਦੀ ਦਾਤ ਦੇਣਾ ਕਰਦੇ ਨੇ। ਗੁਰਸੰਗਤ ਜੀ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਖੰਡੇ ਦੀ ਪੌਲ ਛਕਣਾ ਕੀਤੀ। ਗੁਰੂ ਮਹਾਰਾਜ ਆਪ ਜੋ ਹੁਕਮ ਹੈ ਸ਼ਬਦ ਦੇ ਨਾਲ ਜੁੜਨ ਦਾ, ਨਿਤਨੇਮ ਕਰਨ ਦਾ, ਅੰਮ੍ਰਿਤ ਵੇਲਾ ਸੰਭਾਲਣ ਦਾ, ਇਸ ਤਰ੍ਹਾਂ ਸ਼ਬਦ ਦੇ ਨਾਲ ਜੁੜਨਾ ਕਰੀ। ਸ਼ਬਦ ਨਾਲ ਨਹੀਂ ਜੁੜੇ ਤਾਂ ਫਿਰ ਜੀਵਨ ਜਿਹੜਾ ਹੈ ਉਹ ਵਿਅਰਥ ਚਲਿਆ ਜਾਵੇਗਾ। ਤਾਂ ਮਹਾਰਾਜ ਕਹਿਣਾ ਕਰਦੇ ਨੇ, ਜਿਹਨੂੰ ਉਹ ਗੁਰੂ ਆਪਣਾ ਸ਼ਬਦ ਸੁਣਾ ਦਿਆ ਕਰਦੇ ਨੇ, ਸ਼ਬਦ ਦੇ ਨਾਲ ਜੋੜ ਦਿਆ ਕਰਦੇ ਨੇ, ਉਹ ਇਨਸਾਨ ਜਿਹੜਾ ਹੈ ਉਹ ਕਦੀ ਜਗਤ ਦੇ ਵਿੱਚ ਅਨੇਕਾਂ ਜਨਮ ਲੈ ਕਰਕੇ ਭਰਮਦਾ ਨਹੀਂ, ਭਟਕਦਾ ਫਿਰਦਾ ਨਹੀਂ। ਉਹ ਤਾਂ ਆਪ ਮੁਕਤ ਹੋ ਜਾਇਆ ਕਰਦਾ ਹੈ। ਹਾਂ, ਸ਼ਬਦ ਤੋਂ ਜਿਹੜਾ ਦੂਰ ਹੈ, ਜਿਨੇ ਕਦੀ ਗੁਰੂ ਮਹਾਰਾਜ ਜੀਆਂ ਦੀ ਬਾਣੀ ਨਹੀਂ ਪੜ੍ਹੀ, ਗੁਰੂ ਮਹਾਰਾਜ ਜੀਆਂ ਦੇ ਆ ਕਰਕੇ ਦਰਸ਼ਨ ਨਹੀਂ ਕਰਨਾ ਕੀਤੇ, ਕਦੀ ਗੁਰ ਮੰਤਰ ਜੀਆਂ ਦੇ ਜਾਪ ਨਹੀਂ ਕੀਤੇ, ਕਦੀ ਮੂਲ ਮੰਤਰ ਜੀਆਂ ਦੇ ਜਾਪ ਨਹੀਂ ਕਰਨਾ ਕੀਤੇ, ਗੁਰ ਸੰਗਤ ਜੀ ਉਹ ਜੀਵ ਵਾਸਤੇ ਮਹਾਰਾਜ ਕਹਿੰਦੇ ਉਹ ਜੀਵ ਅਨੇਕਾਂ ਜਨਮਾਂ ਦੇ ਵਿੱਚ ਭਟਕਦਾ ਫਿਰਦਾ ਹੈ। ਬੜਾ ਹੀ ਉਹਨੂੰ ਦੁੱਖ ਸਹਿਣਾ ਪੈਂਦਾ ਹੈ। ਹੁਣ ਬਲਦ ਹੋਵੇ, ਘੋੜਾ ਹੋਵੇ, ਕੋਈ ਵੀ ਹੋਵੇ ਗੁਰਸੰਗਤ ਜੀ, ਹੁਣ ਉਹਨੂੰ ਜਦੋਂ ਕੋਈ ਮਨੁੱਖ ਚਲਾਉਂਦਾ ਹੈ ਤਾਂ ਉਹਦੇ ਸਿਰ ਦੇ ਉੱਤੇ ਸੋਟੀਆਂ ਵੀ ਮਾਰਦਾ ਹੈ। ਨਾਮ ਨਾ ਜਪਣ ਵਾਲੇ ਨੂੰ ਇੰਨੀਆਂ ਕਰੜੀਆਂ ਸਜ਼ਾਵਾਂ ਮਿਲਣਾ ਕਰਦੀਆਂ ਨੇ, ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਜਿਹਨੂੰ ਨਾਮ ਨਹੀਂ, ਜਿਹੜਾ ਨਾਮ ਨਹੀਂ ਜਪਦਾ, ਮਹਾਰਾਜ ਕਹਿੰਦੇ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਭਇਆ ਦੇਸ ਲੰਮੈ। ਉਹਨਾਂ ਨੂੰ ਬੜੀ ਸਜ਼ਾ ਮਿਲਦੀ। ਜਮਦੂਤ ਤਾਂ ਸਜ਼ਾ ਦਿੰਦੇ ਹੀ ਨਹੀਂ, ਧਰਮ ਰਾਜ ਉਹਨਾਂ ਨੂੰ ਸਜ਼ਾ ਦਿੰਦਾ ਹੀ ਦਿੰਦਾ ਹੈ। ਤੇ ਨਾਲ ਦੀ ਨਾਲ ਜਿਹੜੇ ਗੁਰਸੰਗਤ ਜੀ ਜਨਮਾਂ ਦੇ ਵਿੱਚ ਭੌਂਦੇ ਭਟਕਦੇ ਫਿਰਦੇ ਨੇ, ਉਹਦੇ ਵਿੱਚ ਵੀ ਉਹਨਾਂ ਨੂੰ ਸਜ਼ਾ ਮਿਲਣਾ ਕਰਦੀ, ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਏ। ਤਾਂ ਮਹਾਰਾਜ ਕਹਿਣ ਲੱਗੇ ਕਿ ਫਿਰ ਐਸੇ ਜੀਵਾਂ ਦਾ ਕਿਸ ਪ੍ਰਕਾਰ ਦੇ ਨਾਲ ਪਾਰ ਉਤਾਰਾ ਹੋਵੇ, ਐਸੇ ਜੀਵਾਂ ਦਾ ਬਚਾਅ ਕਿਸ ਪ੍ਰਕਾਰ ਦੇ ਨਾਲ ਹੋਵੇ। ਮਹਾਰਾਜ ਕਹਿਣ ਲੱਗੇ ਕਿ ਵੀ ਐਸੇ ਜੀਵ ਦੇ ਉੱਪਰ ਜਦੋਂ ਗੁਰੂ ਦੀ ਕਿਰਪਾ ਹੋਵੇ, ਗੁਰੂ ਸੋਝੀ ਬਖਸ਼ਣਾ ਕਰੇ ਤੇ ਜੀਵ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪੈਣ, ਤਾਂ ਇਹਨਾਂ ਦਾ ਬਚਾਅ ਹੋ ਸਕਦਾ ਹੈ। ਗੁਰੂ ਵਰਗਾ ਦਾਤਾ ਕੋਈ ਹੈ ਨਹੀਂ ਇਸ ਸੰਸਾਰ ਦੇ ਵਿੱਚ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਤਾਂ ਗੁਰੂ ਵਰਗਾ ਦਾਤਾ ਇਸ ਸੰਸਾਰ ਦੇ ਵਿੱਚ ਕੋਈ ਹੈ ਨਹੀਂ। ਤਾਂ ਆਪ ਇੱਕ ਦਾਤਾ ਹੈ ਜਿਹੜਾ ਆਪਣੇ ਅੰਦਰ ਗੁਰਸੰਗਤ ਜੀ ਦੇ ਕਰਕੇ ਦਾਤ ਫਿਰ ਲੈਣ ਦੀ ਇੱਛਾ ਕੋਈ ਨਹੀਂ ਰੱਖਦਾ। ਚਾਰ ਪ੍ਰਕਾਰ ਦੇ ਦਾਤੇ ਵੈਸੇ ਮੰਨੇ ਗਏ ਨੇ ਵਿਦਵਾਨਾਂ ਵੱਲੋਂ, ਪਰ
ਇੱਕ ਦਾਤਾ ਉਹ ਹੋ ਗਿਆ ਜਿਹੜਾ ਗੁਰ ਸੰਗਤ ਜੀ ਦੇ ਕਰਕੇ ਫਲ ਦੀ ਇੱਛਾ ਰੱਖਦਾ। ਸੰਸਾਰਕ ਰੂਪ ਵਿੱਚ ਚਾਰ ਦਾਤੇ ਮੰਨੇ ਗਏ। ਦੇ ਮੰਗਹਿ ਸਹਸਾ ਗੁਣਾ, ਬਈ ਦਿੰਦੇ ਨੇ ਦੇ ਕੇ 1000 ਗੁਣਾ ਮੰਗਣਾ ਕਰਦੇ ਨੇ। ਤਾਂ ਉਹ ਜਿਹੜਾ ਦੇ ਕੇ ਫਲ ਦੀ ਇੱਛਾ ਰੱਖੇ, ਦੇ ਕੇ ਮੰਗਣ ਦੀ ਇੱਛਾ ਰੱਖੇ, ਉਹ ਗੁਰ ਸੰਗਤ ਜੀ ਦਾਤਾ ਨਹੀਂ ਹੋ ਸਕਦਾ। ਦੂਸਰਾ ਦਾਤਾ ਜਿਹੜਾ ਹੁੰਦਾ ਉਹ ਕਿਸੇ ਕੋਲੋਂ ਮੰਗਦਾ ਨਹੀਂ, ਉਹ ਸਿਰਫ ਦਿੰਦਾ ਹੀ ਰਹਿੰਦਾ। ਦਿੰਦਾ ਦੇ ਲੈਂਦੇ ਥੱਕ ਪਾਹੇ। ਦੇਣ ਵਾਲਾ ਉਹ ਦਿੰਦਾ ਨਹੀਂ ਥੱਕਦਾ, ਤੇ ਲੈਣ ਵਾਲਾ ਇਨਸਾਨ ਜਿਹੜਾ ਹੁੰਦਾ ਉਹ ਲੈਂਦਾ ਲੈਂਦਾ ਥੱਕ ਜਾਂਦਾ। ਜਦੋਂ ਤੋਂ ਜੀਵ ਮਾਤਾ ਦੇ ਗਰਭ ਵਿੱਚ ਆਣਾ ਕਰਦਾ ਹੈ ਤੇ ਅੰਤਮ ਸਵਾਸ ਤੱਕ ਉਹ ਦਾਤਾ ਜਿਹੜਾ ਹੈ ਜੀਵ ਨੂੰ ਦਾਤਾ ਦਿੰਦਾ ਹੀ ਰਹਿੰਦਾ ਹੈ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੋਦੀ ਖਾਨੇ ਦੇ ਵਿੱਚ ਕਿਰਤ ਕਰਨਾ ਕਰ ਰਹੇ ਨੇ, ਤੇਰਾ ਤੇਰਾ ਆਖ ਕੇ ਤੋਲਣਾ ਕਰ ਰਹੇ, ਨਾਲ ਮੁੱਠ ਭਰ ਕਰਕੇ ਗੁਰ ਸੰਗਤ ਜੀ ਝੋਲੀਆਂ ਭਰੀ ਜਾਂਦੇ ਨੇ, ਤੇ ਗੁਰੂ ਮਹਾਰਾਜ ਦੇ ਜਿਹੜੇ ਭੰਡਾਰੇ ਸਨ ਨਾ ਉਹ ਭਰੇ ਹੀ ਰਹਿੰਦੇ ਨੇ। ਅਸੀਂ ਦੇਣਾ ਕਰੀਏ ਨਾ ਤੇ ਕਿਸੇ ਨੂੰ, ਤੇ ਦੂਜੇ ਦੇ ਕੋਲ ਜਦੋਂ ਜਾਂਦਾ ਤੇ ਉਹਦਾ ਤੇ ਭੰਡਾਰਾ ਭਰਦਾ, ਆਪਣਾ ਖਾਲੀ ਹੋ ਜਾਂਦਾ ਹੈ। ਪਰ ਗੁਰੂ ਮਹਾਰਾਜ ਜਦੋਂ ਮੁੱਠ ਭਰ ਕੇ ਦੂਸਰਿਆਂ ਨੂੰ ਆਪ ਝੋਲੀ ਵਿੱਚ ਪਾ ਕੇ ਦੇਣਾ ਕਰਦੇ ਸਨ, ਤਾਂ ਉਦੋਂ ਗੁਰ ਸੰਗਤ ਜੀ ਮਹਾਰਾਜ ਦੇ ਭੰਡਾਰੇ ਉਸੇ ਪ੍ਰਕਾਰ ਦੇ ਨਾਲ ਭਰੇ ਰਹਿੰਦੇ ਨੇ, ਤੇ ਦੂਜਿਆਂ ਦੇ ਜਿਨ੍ਹਾਂ ਦੇ ਖਾਲੀ ਹੁੰਦੇ ਸੀ ਭੰਡਾਰੇ ਉਹ ਵੀ ਉਹ ਭਰ ਦਿੰਦੇ ਨੇ। ਮਹਾਰਾਜ ਦੇ ਬਚਨ ਆਉਂਦੇ ਨੇ, ਲਾਲ ਜਵੇਹਰ ਭਰੇ ਭੰਡਾਰ, ਟੋਟ ਨਾ ਆਵੇ ਜਪ ਨਿਰੰਕਾਰ। ਮਹਾਰਾਜ ਕਹਿੰਦੇ ਤੇਰੇ ਵੀ ਭੰਡਾਰਿਆਂ ਦੇ ਵਿੱਚ ਕਿਸੇ ਪ੍ਰਕਾਰ ਦਾ ਟੋਟਾ, ਕਿਸੇ ਪ੍ਰਕਾਰ ਦਾ ਘਾਟਾ ਨਹੀਂ ਆਵੇਗਾ। ਪਿਆਰਿਆ, ਤੂੰ ਆਪ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਨਾਮ ਜਪਣਾ ਕਰ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਮਹਾਰਾਜ ਕਹਿਣ ਲੱਗੇ ਗੁਰੂ ਵਰਗਾ ਦਾਤਾ ਕੋਈ ਨਹੀਂ ਹੈ ਜਿਹੜਾ ਸਾਰੇ ਸੰਸਾਰ ਨੂੰ ਦੇਣਾ ਕਰ ਰਿਹਾ। ਇੱਕ ਲੋਕ ਦੇ ਵਿੱਚ ਨਹੀਂ ਦੇਣਾ ਕਰ ਰਿਹਾ, ਪਰ ਲੋਕ ਦੇ ਵਿੱਚ ਚੌਹਾਂ ਲੋਕਾਂ ਦੇ ਚੌਹਾਂ ਯੁੱਗਾਂ ਦੇ ਵਿੱਚ ਦੇਣਾ ਕਰ ਰਿਹਾ। ਇੱਕ ਨੂੰ ਦੇਣਾ ਨਹੀਂ ਕਰ ਰਿਹਾ, ਸਾਰਿਆਂ ਨੂੰ ਦੇਣਾ ਕਰ ਰਿਹਾ ਹੈ। ਮਾਤਾ ਦੇ ਗਰਭ ਦੀ ਗੱਲ ਕਰ ਲਈਏ, ਜਦੋਂ ਜੀਵ ਇਸ ਸੰਸਾਰ ਦੇ ਉੱਤੇ ਆਇਆ ਵੀ ਨਹੀਂ ਹੁੰਦਾ, ਉਹ ਮਾਲਕ ਉਹਦਾ ਰਿਜ਼ਕ ਜਿਹੜਾ ਹੈ ਉਹ ਮਾਤਾ ਦੇ ਗਰਭ ਵਿੱਚ ਹੀ ਜੀਵ ਨੂੰ ਦੇ ਦੇਣਾ ਕਰਦਾ। ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏਵੜ ਦਾਤਾ, ਜੇ ਅਗਨ ਮਹਿ ਆਹਾਰ ਪਚਾਵੇ। ਤਾਂ ਆਪ ਐਸਾ ਦਾਤਾ ਹੋਰ ਕੋਈ ਹੈ ਨਹੀਂ। ਜਿਹੜਾ ਦੂਸਰੇ ਕੋਲੋਂ ਮੰਗ ਕਰਕੇ ਅੱਗੇ ਦੇਣਾ ਕਰੇ, ਉਹ ਦਾਤਾ ਨਹੀਂ ਹੁੰਦਾ, ਉਹ ਮੰਗਤਾ ਹੋਇਆ ਕਰਦਾ ਹੈ। ਮਹਾਰਾਜ ਕਹਿੰਦੇ ਜੇ ਮੰਗਣਾ ਹੈ ਨਾ, ਉਸ ਦਾਤੇ ਦੇ ਕੋਲੋਂ ਮੰਗ ਲੈਣਾ ਕਰੋ। ਪਰ ਮੰਗਣਾ ਕੀ ਹੈ? ਮੰਗਣੇ ਤੋਂ ਪਤਾ ਲੱਗਦਾ ਹੈ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਨਾਮ ਦੀ ਦਾਤ ਦੇਣਾ ਕਰੋ। ਕੋਈ ਘਰ ਬਾਰ ਮੰਗ ਲੈਂਦਾ ਹੈ, ਕੋਈ ਮਹਿਲ ਮਾੜੀਆਂ ਮੰਗ ਲੈਣਾ ਕਰਦਾ ਹੈ, ਪਰ ਗੁਰ ਸੰਗਤ ਜੀ ਜਿਹਨੇ ਮੰਗਣਾ ਹੈ, ਜੇ ਉਹ ਦਾਤੇ ਨੂੰ ਮੰਗ ਲਵੇ ਤਾਂ ਫਿਰ ਸਭ ਕੁਝ ਹੀ ਪ੍ਰਾਪਤ ਹੋ ਜਾਇਆ ਕਰਦਾ।
महाराज कहते ऐसे गुरु वर्गा दाता होर कोई है नहीं। तय जीव दे सारे लोको ए संसार दे लोको सुन लेना करो, गुरु तो वड्डा दाता कोई इस संसार दे उत्ते है ही नहीं। गल करिए ना सब तो वड्डे दाते जियां दी ते कलगीधर पातशाह जियां तो वड्डा दाता ही कोई नहीं। तां कोई कपड़े भी दे दिंदा, कोई वस्त्र भी दे देना करदा, पर महाराज ने अपना सारा सरबंस ही दे दिता है। तां गुरु तो वड्डा कोई दाता कोई नहीं। सतगुर मिलिया सच पाया, जिने विच हो आप गवाया। महाराज कहते जिन्हों सतगुर मिल पैंदा है, गुरु दे दर्शन गुरु दे दर्शन हो जाया करदे ने, हुण ओनू सच दी प्राप्ति हो जाया करदी। तां एक बार महाराज पहले पातशाह जी उदासियां वेले गुरसंगत जी जाना कर रहे ने। तां एक स्थान ते पहुंचना कीते जिथे ये विचार सी के पाप जड़े ने पुन्ना बदले वटांदरे खा जाते। तां आप जियां ने की करना कि दिन वेले चोरी भी करनी, हर प्रकार दे काज भी करने, पर बाद वाहिगुरू रात वेले चोरी भी करनी ते होर कारज भी कर देने। दिन वेले की करना कि जिहड़ी माया इकत्तर हुंदी सी उहदे नाल लंगर ला देना। ते विचार सी कि बई साडा जिहड़ा है वो बड़ा भला हो रहा है। तां तिन्हां दा नाम आधा इतिहास विच भूमियां चोर कह दिया करदे ने। जदों महाराज उधर गए तां जा करके गुरसंगत जी उन्हां नूं समझाउणा कीता कि बई भूमिया जी ये की काज तुसीं करी जांदे हो। जे जीवन अपना आप सवारना है तां फिर एक काज दूसरियां नूं दुख देना बंद कर देना करो। महाराज ने ये कह देना कीता कि बई एक ते कुटमार नहीं करनी, दूसरा आप किसे दा नमक खा करके नमक हरामी नहीं करनी। तां भूमिया जी जदों चोरी करन वास्ते जदों गए ना ते एक राजे दे कोल गए, रात दा वेला ते सब कुछ लैण लगे। तां फिर एक संदूक दे विचों एक बक्से दे विचों गुरसंगत जी लूण छकिया गया ते आप जियां नूं महाराज जियां दा बचन चेते आया कि आख देना कीता सी महाराज ने कि जे लूण खा के किसी प्रकार दी लूण हरामी नहीं करनी। धर्म दे मार्ग ऊपर चलना है तां आप जो चोरी करके ले जान भी लगे सी वो सारा उत्थे ही छड़ रख के चले गए। उधर राजे नूं भी पता लग्या कि राजे नूं इस सच दी ज्ञात हो गई कि भी मेरे घर दे विच चोरी हो गई है। पर है भी ऐसा कि भी सारा साजो समान ते खिल रहा पिया, पर लेके कुछ नहीं गए। राजा भी देख के हैरान कि बई ऐसा किहड़ा चोर आ गया जिन्हें सारा कुछ ले जाण दी कोशिश ते कीती पर इत्थे ही छड्ड के चले गए। तां गुरसंगत जी और राजे ने उस चोर नूं लभण वास्ते सारे शहर दे लोकां नूं वक्त पाया। लोकां दी कुटमार होण लगी, उहदे सिपाहियां ने कुटमार करनी शुरू कर दित्ती। तां भाई भूमिया जियां नूं आप जदों इस गल दा पता लग्या कहण लगे तां गल बड़ी गलत हो गई, इहदे नाल कुटमार हो रही है।
ਤਾਂ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦਾ ਜਿਹੜਾ ਬਚਨ ਹੈ ਉਹਨਾਂ ਨੂੰ ਚੇਤੇ ਆਇਆ। ਆਪ ਰਾਜੇ ਦੇ ਅੱਗੇ ਜਾ ਕਰਕੇ ਆਪ ਪੇਸ਼ ਹੋਏ ਨੇ। ਤਾਂ ਰਾਜੇ ਨੂੰ ਕਹਿਣ ਲੱਗੇ, ਰਾਜੇ ਤੇਰੇ ਸਮਾਨ ਨੂੰ ਅਸੀਂ ਲੈ ਕਰਕੇ ਚੱਲੇ ਸੀ, ਤੂੰ ਇਹਨਾਂ ਨੂੰ ਨਾ ਕੁੱਟਮਾਰ ਕਰਨਾ ਕਰ। ਤਾਂ ਗੁਰਸੰਗਤ ਜੀ ਤਾਂ ਰਾਜੇ ਨੇ ਪੁੱਛਣਾ ਕੀਤਾ ਕਿ ਬਈ ਜੇ ਤੁਸੀਂ ਲੈ ਕਰਕੇ ਚੱਲੇ ਸੀ ਤੇ ਫਿਰ ਹੁਣ ਦੱਸਣ ਕਿਉਂ ਆਏ? ਕਿਉਂਕਿ ਡਰ ਤੇ ਸਾਰਿਆਂ ਨੂੰ ਹੁੰਦਾ ਹੈ ਨਾ ਬਾਅਦ ਵਿੱਚ ਕਿ ਵੀ ਮੈਂ ਚੋਰੀ ਕਰ ਲਈ ਹੈ ਤੇ ਬਾਅਦ ਚ ਮੈਨੂੰ ਸਜ਼ਾ ਮਿਲਣੀ। ਤਾਂ ਕਹਿਣ ਲੱਗੇ, ਮੈਨੂੰ ਮੇਰੇ ਗੁਰੂ ਦਾ ਹੁਕਮ ਸੀ ਕਿ ਜੋ ਲੂਣ ਖਾਦਾ ਰਾਜੇ ਦਾ, ਜਿਹਦਾ ਲੂਣ ਖਾਦਾ ਲੂਣ ਖਾ ਕੇ ਉਹਦੀ ਨਮਕ ਹਰਾਮੀ ਨਹੀਂ ਕਰਨੀ। ਦੂਜੇ ਪਾਸੇ ਫਿਰ ਆਪ ਗੁਰਸੰਗਤ ਜੀ ਤਾਂ ਕਹਿਣ ਲੱਗਿਆ ਕਿ ਬਈ ਧਰਮ ਨਹੀਂ ਛੱਡਣਾ, ਧਰਮ ਚੰਗੇ ਅਮਲ ਕਰਨੇ, ਚੰਗੀ ਕਮਾਈ ਕਰਨੀ, ਨਿਆਂ ਕਰਨਾ ਹੈ। ਤਾਂ ਗੁਰਸੰਗਤ ਜੀ ਰਾਜੇ ਨੇ ਹੁਣ ਉਹ ਭਾਈ ਭੂਮੀਆ ਜੀ ਨੇ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦਾ ਬਚਨ ਮੰਨਿਆ ਤੇ ਦੇਖੋ ਉਸ ਰਾਜੇ ਨੂੰ ਵੀ ਤਰਸ ਆ ਗਿਆ ਕਿ ਬਈ ਹਾਂ ਇਹ ਧਰਮ ਦੇ ਰਾਹ ਉੱਪਰ ਚੱਲਣ ਵਾਲੇ ਨੇ। ਨਾਲੇ ਰਾਜੇ ਨੇ ਪੁੱਛ ਲੈਣਾ ਕੀਤਾ ਕਿ ਭੂਮੀਆ ਜੀ ਤੁਹਾਡਾ ਇਹ ਗੁਰੂ ਕੌਣ ਨੇ? ਆਖਣ ਲੱਗੇ ਵੀ ਮੇਰੇ ਗੁਰੂ ਨੇ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮੇਰੇ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਇੰਨਾ ਬੜਾ ਪਾਵਨ ਪਵਿੱਤਰ ਉਪਦੇਸ਼ ਦੇਣਾ ਕੀਤਾ ਕਿ ਨਮਕ ਖਾ ਕਰਕੇ ਕਿਸੇ ਨਾਲ ਨਮਕ ਹਰਾਮੀ ਨਹੀਂ ਕਰਨੀ, ਕੁੱਟਮਾਰ ਨਹੀਂ ਕਰਨੀ, ਕਿਸੇ ਨੂੰ ਦੁੱਖ ਨਹੀਂ ਦੇਣਾ ਕਰਨਾ। ਐਸਾ ਪਾਵਨ ਪਵਿੱਤਰ ਉਪਦੇਸ਼ ਜਿਹੜਾ ਹੈ, ਲੂਣ ਖਾ ਕੇ ਕਿਸੇ ਨਾਲ ਲੂਣ ਹਰਾਮੀ ਨਹੀਂ ਕਰਨੀ, ਐਸਾ ਉਪਦੇਸ਼ ਮੈਨੂੰ ਪਹਿਲੇ ਪਾਤਸ਼ਾਹ ਜੀਆਂ ਨੇ ਦੇਣਾ ਕੀਤਾ। ਜਦੋਂ ਐਸਾ ਉਪਦੇਸ਼ ਬਾਬਤ ਸੁਣਿਆ ਕਿ ਪਹਿਲੇ ਪਾਤਸ਼ਾਹ ਜੀਆਂ ਨੇ ਦੇਣਾ ਕੀਤਾ ਤੇ ਗੁਰਸੰਗਤ ਜੀ ਰਾਜਾ ਜਿਹੜਾ ਹੈ ਉਹ ਹੈਰਾਨ ਹੋ ਗਿਆ, ਉਹਦੇ ਹੱਥ ਜੁੜ ਗਏ। ਕਹਿਣ ਲੱਗੇ ਕਿ ਵੀ ਐਸੇ ਦਿਵਯ, ਇਹ ਤਾਂ ਉਹ ਦਿਵਯ ਜੋਤੀ ਜਿਨ੍ਹਾਂ ਨੇ ਨੂਰ ਸ਼ਾਹ ਨੂੰ ਤਾਰਿਆ ਸੀ। ਹੁਣ ਨੂਰ ਸ਼ਾਹ ਵੀ ਗੁਰਸੰਗਤ ਜੀ ਜਿਹਦੇ ਬਾਬਤ ਮਹਾਰਾਜ ਨੇ ਬਚਨ ਉਚਾਰਨ ਕਰਨਾ ਕੀਤੇ ਸੀ, ਗਾਛੋ ਪੁੱਤਰੀ ਰਾਜ ਕੁਆਰ। ਮਹਾਰਾਜ ਦੇ ਉੱਪਰ ਆਪਣੇ ਤੰਤਰ ਮੰਤਰ ਲਾਉਣਾ ਕਰ ਰਹੀਆਂ ਸੀ ਤੇ ਤੰਤਰ ਮੰਤਰ ਨੂਰ ਸ਼ਾਹ ਦੇ ਉੱਤੇ ਪੁੱਠੇ ਪੈ ਗਏ। ਜਦੋਂ ਨੂਰ ਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆਈ, ਮਾਫੀ ਮੰਗੀ, ਤਾਂ ਫਿਰ ਮਹਾਰਾਜ ਨੇ ਇਹਨੂੰ ਆਪ ਆਪਣਾ ਇਹਦਾ ਪਹਿਲਾ ਹੀ ਰੂਪ ਬਖਸ਼ ਦਿੱਤਾ ਸੀ। ਕਿਉਂਕਿ ਇਹਨਾਂ ਨੂੰ ਪਹਿਲਾਂ ਪੁੱਤਰੀ ਨਹੀਂ ਸੀ ਆਖਿਆ ਜਾਂਦਾ, ਉਹ ਇੱਜ਼ਤ ਸਤਿਕਾਰ ਨਹੀਂ ਸੀ ਦਿੱਤਾ ਜਾਂਦਾ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਹਨਾਂ ਨੂੰ ਪੁੱਤਰੀ ਕਹਿ ਕਰਕੇ ਸਤਿਕਾਰ ਦੇਣਾ ਕੀਤਾ। ਜਿੱਥੇ ਬਚਨ ਉਚਾਰੇ ਸਨ ਨਾ, ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ, ਤਾਂ ਬਚਨਾਂ ਨੂੰ ਆਪ ਪਾਲ ਕੇ ਵੀ ਦਿਖਾਇਆ ਮਹਾਰਾਜ ਨੇ। ਗੁਰਸੰਗਤ ਜੀ ਆਪ ਜੋ ਉਪਦੇਸ਼ ਭਾਈ ਭੂਮੀਆ ਜੀ ਨੇ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਤੋਂ ਗ੍ਰਹਿਣ ਕਰਨਾ ਕੀਤਾ, ਉਹ ਅੱਗੇ ਰਾਜੇ ਨੂੰ ਵੀ ਦਿੱਤਾ ਹੈ। ਤਾਂ ਰਾਜੇ ਨੇ ਭਾਈ ਭੂਮੀਆ ਜੀ ਨੇ ਆਪਣੇ ਨਗਰ ਦੇ ਵਿੱਚ ਧਰਮਸਾਲ ਰਾਜੇ ਕੋਲੋਂ ਬਣਵਾਣਾ ਕੀਤੀ। ਤਾਂ ਉੱਥੇ ਨਿਤ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਜਿਹੜਾ ਆਪ ਜੋ ਨਾਮ ਜਪਾਉਣ ਦੀਆਂ ਸੇਵਾਵਾਂ ਚੱਲਣ ਲੱਗ ਪਈਆਂ। ਹੁਣ ਉਹ ਸੱਚ ਕਿਹੜਾ ਹੈ? ਐਸੇ ਸੱਚ ਦੇ ਬਾਬਤ ਮਹਾਰਾਜ ਜੀਆਂ ਨੂੰ ਵੀ ਭਾਈ ਭੂਮੀਆ ਜੀ ਨੇ ਪੁੱਛਣਾ ਕੀਤਾ ਸੀ। ਉਹ ਸੱਚ ਹੈ ਗੁਰਸੰਗਤ ਜੀ ਨਾਮ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ।
ਤਾਂ ਆਪ ਮਹਾਰਾਜ ਕਹਿੰਦੇ ਐਸੇ ਸੱਚ ਦੀ ਗਿਆਤ ਜਿਹੜੀ ਹੈ ਉਹ ਉਹਨੂੰ ਹੋਇਆ ਕਰਦੀ ਜਿਹਨੂੰ ਸਤਿਗੁਰੂ ਮਿਲ ਪੈਂਦੇ ਨੇ। ਜਿੱਦਾਂ ਭਾਈ ਭੂਮੀਆ ਜੀ ਨੂੰ ਸੱਚ ਦੀ ਗਿਆਤ ਹੋ ਗਈ, ਮਹਾਰਾਜ ਨੇ ਗਿਆਤ ਕਰਵਾ ਦਿੱਤਾ ਆਪਣਾ ਉਪਦੇਸ਼ ਦੇ ਕਰਕੇ। ਪਰ ਐਸੇ ਸੱਚ ਦੀ ਗਿਆਤ ਉਹਨਾਂ ਨੂੰ ਹੋਣਾ ਕਰਦੀ ਹੈ। ਮਹਾਰਾਜ ਕਹਿੰਦੇ ਜਿਹੜੇ ਆਪਣੇ ਅੰਦਰੋਂ ਆਪਾ ਭਾਵ, ਮੈਂ ਮੇਰੀ ਵਾਲਾ ਭਾਵ, ਹਉਮੈ ਵਾਲਾ ਭਾਵ, ਹੰਗਤਾ ਵਾਲਾ ਭਾਵ ਤਿਆਗ ਦੇਣਾ ਕਰਦੇ, ਉਹਨਾਂ ਨੂੰ ਸੱਚ ਦੀ ਗਿਆਤ ਹੋ ਜਾਇਆ ਕਰਦੀ ਹੈ। ਜਿਨ ਸੱਚੋ ਸੱਚ ਬੁਝਾਇਆ ਤਾਂ ਆਪ ਐਸੇ ਸਤਿਗੁਰੂ ਨੂੰ ਮਿਲਣਾ ਕਰੀਏ, ਜਿਨੇ ਸੱਚਿਆਂ ਦੇ ਵਿੱਚੋਂ ਸਭ ਸੱਚ ਜਿਹੜਾ ਹੈ ਉਹ ਬੁਝਾ ਦੇਣਾ ਕੀਤਾ। ਸੱਚ ਦੀ ਗੱਲ ਕਰੀਏ ਤਾਂ ਆਪ ਮਹਾਰਾਜ ਜੀਆਂ ਨੇ ਗੁਰਸੰਗਤ ਜੀ ਆਖਣਾ ਕੀਤਾ ਕਿ ਜੀਵਣਾ ਝੂਠ ਹੈ, ਮਰਨਾ ਸੱਚ ਹੈ। ਸੋ ਆਪ ਐਸੇ ਸੱਚ ਦੀ ਗਿਆਤ ਉਸ ਗੁਰੂ ਦੇ ਕੋਲੋਂ ਹੀ ਹੋਇਆ ਕਰਦੀ। ਸੋ ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਬਖਸ਼ੋ ਅਸੀਸ ਜੀ। ਗਜਾਓ ਫਤਿਹ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ ਲੇਖੇ ਕਥੈ ਨ ਛੁਟੀਐ। ਖਿਨ ਖਿਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਬਖਸ਼ੋ ਅਸੀਸ ਜੀ। ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।